ਸੋ ਆਪਾਂ ਲਾਸਟ ਟਾਈਮ ਬੇਟਾ ਜਿਹੜੀ ਗੱਲ ਕਰ ਰਹੇ ਸੀਗੇ, ਆਪਾਂ ਸੈੱਲ ਵੋਲਿਊਮ ਦੀ ਗੱਲ ਕਰ ਰਹੇ ਸੀਗੇ, ਲੌਵਲੀ ਥਿਊਰਮ ਤੋਂ ਜਿਹੜਾ ਰਿਜ਼ਲਟ ਬਣੇ ਸੀਗੇ ਉਹਨਾਂ ਦੇ ਰਿਗਾਰਡਿੰਗ ਗੱਲ ਕਰ ਰਹੇ ਸੀਗੇ। ਸੋ ਇਹ ਚੀਜ਼ਾਂ ਆਪਾਂ ਡਿਸਕਸ ਕਰ ਚੁੱਕੇ ਹਾਂ ਲਾਸਟ ਟਾਈਮ। ਸੋ ਔਨ ਦੀ ਸਕਰੀਨ ਤੁਹਾਡੇ ਕੋਲ ਸਾਰਾ ਮਾਈਕਰੋ ਕੈਨੋਨਿਕਲ ਐਨਸੈਂਬਲ ਦੀ ਗੱਲ ਕਰ ਰਹੇ ਸੀਗੇ। ਸੋ ਮਾਈਕਰੋ ਕੈਨੋਨਿਕਲ ਐਨਸੈਂਬਲ ਦੇ ਵਿੱਚ ਆਪਣੇ ਕੋਲ ਐਨਰਜੀ ਵੇਰੀਏਸ਼ਨਸ ਹੋ ਗਈਆਂ। ਉਸ ਤੋਂ ਬਾਅਦ ਆਪਣੇ ਕੋਲ ਸਪੈਰੀਕਲ ਸ਼ੈਲ ਦਾ ਕੰਸੈਪਟ ਆਪਾਂ ਡਿਸਕਸ ਕਰ ਚੁੱਕੇ ਹਾਂ। ਸਪੈਰੀਕਲ ਸ਼ੈਲ ਦੇ ਵਿੱਚ ਸ਼ੈਲ ਦੇ ਕੋਰਸਪੋਂਡਿੰਗ ਐਨਰਜੀ ਵੈਲਿਊ, अगर अपने को माइक्रो कैनोनिकल एनसेंबल आ जाता है तो अपने को की होएगा, अगर एनर्जी कांस्टेंट होएगी सॉरी डेंसिटी कांस्टेंट होएगी ਤਾਂ ਵੀ ਆਪਣੇ ਕੋਲ ਜਿਹੜੀ ਲੌਬਰੇ ਥਿਊਰਮ ਜਿਹੜੀ ਹੈ ਉਹਦੀ ਜਿਹੜੀ ਕੰਡੀਸ਼ਨ ਹੈ ਸੈਟੀਸਫਾਈ ਹੋ ਜਾਂਦੀ ਹੈ। ਫਿਰ ਡੀ ਰੋ ਬਾਈ ਡੀ ਟੀ ਜਿਹੜਾ ਹੈ ਉਹ ਸੈਟੀਸਫਾਈ ਹੋ ਜਾਂਦਾ ਹੈ। ਜਾਂ ਫਿਰ ਰੋ ਜਿਹੜਾ ਹੈ ਇਟ ਇਜ਼ ਜਿਹੜਾ ਆਪਣੇ ਕੋਲ ਆ ਜਾਏਗਾ e raised to minus beta into h ਦੇ ਕੋਰਸਪੋਂਡਿੰਗ ਆ ਜਾਂਦਾ, ਤਾਂ ਵੀ ਆਪਣੇ ਕੋਲ ਇਹ ਚੀਜ਼ਾਂ ਸੈਟੀਸਫਾਈ ਹੋ ਜਾਂਦੀਆਂ। ਸੋ ਮਾਈਕਰੋ ਕੈਨੋਨਿਕਲ ਐਨਸੈਂਬਲ ਜਿਹੜਾ ਸੀ ਉਹਦੀ ਕੇਸ ਵਿੱਚ ਆਪਣੇ ਕੋਲ ਆਇਆ ਸੀਗਾ ਕਿ ਰੋ ਜਿਹੜੀ ਆਪਣੀ ਕਾਂਸਟੈਂਟ ਹੋਣੀ ਚਾਹੀਦੀ ਹੈ। e raised to minus beta h ਵਾਲੇ ਕੇਸ ਦੇ ਵਿੱਚ ਆਪਣੇ ਕੋਲ ਆਇਆ ਸੀਗਾ ਕਿ ਆਪਣੇ ਕੋਲ ਜਿਹੜੀ ਡੈਂਸਿਟੀ ਜਿਹੜਾ ਸਿਸਟਮ ਹੋਏਗਾ that will be canonical system। ਸੋ ਇਹ ਚੀਜ਼ ਆਪਾਂ ਡਿਸਕਸ ਕਰ ਰਹੇ ਸੀਗੇ। ਉਸ ਤੋਂ ਬਾਅਦ ਆਪਾਂ ਡਿਸਕਸ ਕੀਤਾ ਸੀਗਾ ਕਿ ਆਪਣੇ ਕੋਲ ਜਿਹੜਾ ਕੋਰਸਪੋਂਡਿੰਗ ਜਿਹੜੀ ਡੈਂਸਿਟੀ ਹੈ, ਡੈਂਸਿਟੀ ਵਿਲ ਬੀ ਟ੍ਰੀਟਡ ਐਜ਼ ਏ ਡਰਾਕ ਡੈਲਟਾ ਫੰਕਸ਼ਨ ਦੇ ਕੋਰਸਪੋਂਡਿੰਗ ਅਲਟੀਮੇਟਲੀ ਰਿਜ਼ਲਟ ਆ ਜਾਏਗਾ। ਆਪਣੇ ਕੋਲ ਕੀ ਆਏਗਾ ਉਹਦੇ ਕੋਰਸਪੋਂਡਿੰਗ ਆਪਾਂ ਐਨਰਜੀ ਇੰਟਰਵਲ ਕੰਸੀਡਰ ਕੀਤਾ। ਛੋਟੇ ਛੋਟੇ ਮੈਂ ਥੋੜਾ ਵਾਈਡ ਅਪ ਲੈ ਕੇ ਜਾ ਰਹੇ ਹਾਂ ਥੋੜਾ ਜਿਹਾ, ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ। ਉਸ ਤੋਂ ਬਾਅਦ ਆਪਾਂ ਡਿਸਕਸ ਕੀਤਾ ਸੀਗਾ ਕਿ ਆਪਣੇ ਕੋਲ ਨੰਬਰ ਆਫ ਮਾਈਕਰੋਸਟੇਟਸ ਕਿੰਨੀਆਂ ਹੋ ਸਕਦੀਆਂ। ਅਗਰ ਨੰਬਰ ਆਫ ਮਾਈਕਰੋਸਟੇਟਸ ਡਿਸਕਸ ਕਰਨੀ ਹੈ ਤਾਂ ਆਪਾਂ ਟੋਟਲ ਸੈੱਲ ਇਹ ਵੋਲਿਊਮ ਆਫ ਦੀ ਜਿਹੜਾ ਆਪਾਂ ਮਾਈਕਰੋ ਕੈਨੋਨਿਕਲ ਐਨਸੈਂਬਲ ਜਿਹੜਾ ਆਪਾਂ ਯੂਜ਼ ਕੀਤਾ ਹੋਇਆ ਤੇ ਆਪਾਂ ਕੰਸੀਡਰ ਕੀਤਾ ਹੈ ਉਹਦਾ ਵੋਲਿਊਮ ਲੈ ਕੇ ਚੱਲਾਂਗੇ ਡਿਵਾਈਡਡ ਬਾਈ ਓਮੇਗਾ ਨਾਟ ਲੈ ਕੇ ਚੱਲੇ ਸੀ। ਓਮੇਗਾ ਨਾਟ ਕੀ ਹੋ ਗਿਆ ਬੇਟਾ, ਇੱਕ ਸਿੰਪਲ ਮਾਈਕਰੋਸਟੇਟ ਦਾ ਜਿਹੜਾ ਵੋਲਿਊਮ यूटिलाइज करेगी दैट विल बी ओमेगा नॉट। ਉਹਦੀ ਕੋਰਸਪੋਂਡਿੰਗ ਨੰਬਰ ਆਫ ਮਾਈਕਰੋਸਟੇਟਸ ਆਪਣੇ ਕੋਲ ਲੈਂਬਡਾ ਆ ਗਿਆ। ਲੇਕਿਨ ਉਸ ਤੋਂ ਬਾਅਦ ਵੀ ਆਪਾਂ ਇੱਕ ਚੀਜ਼ ਹੋਰ ਪੜ੍ਹੀ ਸੀਗੀ ਬੇਟਾ ਕਿ ਆਪਣੇ ਕੋਲ ਜਿਹੜਾ ਇਨਡਿਸਟਿੰਗੁਇਸ਼ੇਬਲ ਪਾਰਟੀਕਲ ਨੇਚਰ ਹੈ ਉਹਦੀ ਕੋਰਸਪੋਂਡਿੰਗ ਆਪਣੇ ਕੋਲ ਇੰਟਰਨਲ arrangements of the number of particles microstates ਦੇ internal combination ਜਿਹੜੇ ਹੋਣਗੇ ਉਹ ਆਪਣੇ ਕੋਲ required ਨਹੀਂ ਹੋਣਗੇ। they will not be required by our system our requirements। ਉਹਦੇ ਕੋਰਸਪੋਂਡਿੰਗ ਆਪਣੇ ਕੋਲ ਆਪਣੇ ਕੀ ਕੀਤਾ ਸੀ 1 by n ਫੈਕਟੋਰੀਅਲ ਦੇ ਨਾਲ ਉਹਨੂੰ ਡਿਵਾਈਡ ਕੀਤਾ ਸੀ। ਸੋ ਉਸ ਦੇ ਕੇਸ ਵਿੱਚ ਆਪਣੇ ਕੋਲ ਜਿਹੜਾ h ਓਮੇਗਾ ਨੋਟ ਨੂੰ ਆਪਾਂ h raised to power 3n ਦੇ ਕੋਰਸਪੋਂਡਿੰਗ ਲਿਖਿਆ ਸੀ ਬਿਕੋਜ਼ ਸਟੈਟ ਰੂਟ ਦੇ ਤਾਂ ਓਮੇਗਾ ਨੋਟ ਲਿਖ ਦਿੱਤਾ, ਲੇਕਿਨ ਲੇਟਰ ਔਨ ਸਟੇजेस ਦੇ ਵਿੱਚ ਪਲੈਂਕਸ ਕਾਂਸਟੈਂਟ h raised to power 3n ਦੇ ਕੋਰਸਪੋਂਡਿੰਗ ਆ ਗਿਆ। ਸੋ ਲੈਂਬਡਾ ਸੀ ਜਿਹੜਾ ਆਪਣੇ ਕੋਲ ਲੈਂਬਡਾ ਬਾਈ n ਫੈਕਟੋਰੀਅਲ ਦੇ ਕੋਰਸਪੋਂਡਿੰਗ ਆਇਆ। ਸੋ ਅਲਟੀਮੇਟਲੀ ਆਪਣੇ ਕੋਲ ਕਰੈਕਟਡ ਜਿਹੜਾ ਨੰਬਰ ਆਫ ਮਾਈਕਰੋਸਟੇਟਸ ਹੈ that is omega by n factorial divided by h raised to power 3n the corresponding अपने को result आया सी। So this was entropy it will turn out to be like this। So omega is equal to d raised to power 3n q और d raised to power 3n p ये चीज ਆਪਾਂ ऑलरेडी पढ़ियां हुई है बेटा। So entropy अपने को आ गई सी k log of lambda raised to power lambda c that is charactered number of microstates ਉਹਦੇ corresponding charactered number of charactered entropy आ जाएगी ਤੁਹਾਡੇ ਕੋਲ। ਉਹ ਇਸੇ ਤੱਕ ਇਹ ਚੀਜ਼ਾਂ ਆਪਾਂ ਡਿਸਕਸ ਕਰ ਚੁੱਕੇ ਹਾਂ बेटा। ਉਸ ਤੋਂ ਬਾਅਦ ਆ ਜਾਂਦਾ ਹੈ ਬੇਟਾ ਕਲਾਸੀਕਲ ਮੋਨੋਐਟੋਮਿਕ ਨਾਨ ਰਿਲੇਟਿਵਿਸਟਿਕ ਗੈਸ ਇਨ ਮਾਈਕਰੋ ਕੈਨੋਨਿਕਲ ਐਨਸੈਂਬਲ। ਸੋ ਲੈਟ ਮੀ ਹਾਈਲਾਈਟ ਇਟ। ਸੋ ਪਹਿਲਾਂ ਆਪਾਂ ਜਿਹੜਾ ਡਿਸਕਸ ਕਰ ਰਹੇ ਸੀ ਉਹ ਲਾਸਟ ਪ੍ਰੀਵੀਅਸ ਲੈਕਚਰ ਦਾ ਸੀ। ਸੋ ਮੋਨੋਐਟੋਮਿਕ ਬਾਕੀ ਕਲਾਸੀਕਲ ਦਾ ਮਤਲਬ ਤੁਹਾਨੂੰ ਆਲਰੇਡੀ ਸਮਝਾ ਚੁੱਕਿਆ ਬੇਟਾ। ਸੋ ਆਈਡੀਅਲ ਮੋਨੋਐਟੋਮਿਕ ਨਾਨ ਰਿਲੇਟਿਵਿਸਟਿਕ ਗੈਸ ਇਨ ਮਾਈਕਰੋ ਕੈਨੋਨਿਕਲ ਐਨਸੈਂਬਲ ਆਪਣੇ ਕੋਲ ਕੀ ਹੋ ਜਾਏਗਾ ਇਹ ਚੀਜ਼ਾਂ ਮੈਂ ਦੱਸ ਚੁੱਕਾ ਹਾਂ। ਆਪਣੇ ਕੋਲ ਜਿਹੜਾ એનર્ਜੀ ਹੋਏਗੀ એનર્ਜੀ ਆਪਾਂ ਮੰਨ ਕੇ ਚੱਲੇ ਹੋਏ ਬੇਟਾ એનર્ਜੀ ਆਪਣੀ ਸ਼ੈਲ ਦੇ ਵਿੱਚ ਚਲਾਈ ਕਰੇਗੀ that is E naught minus delta by 2 and E naught plus delta by 2 to be confined in a container of volume V। let the number of atoms ਆਪਣੇ ਕੋਲ n ਦਿੱਤੇ ਹੋਏ ਆ, ਆਪਣੇ ਕੋਲ phase space ਦੇ ਵਿੱਚ number of degrees of freedom और dimensions ਆਪਣੇ ਕੋਲ 6n ਹੋ ਗਏ, ਉਹਦੀ corresponding volume ਵੀ ਦਿੱਤਾ ਹੋਇਆ ਹੈ। ਅਲਟੀਮੇਟਲੀ ਆਪਣੀ ਜਿਹੜੀ એનર્ਜੀ ਹੈ ਉਹ ਆਪਾਂ ਨੇ ਡਿਫਾਈਨ ਕੀਤੀ ਹੋਈ ਹੈ। ਅਗਰ ਸਿੰਗਲ ਪਾਰਟੀਕਲ ਦੇ ਲਈ ਕੋਰਸਪੋਂਡ ਕਰੋਗੇ ਤਾਂ ਸਿੰਗਲ ਮਾਈਕਰੋਸਟੇਟ ਦੀ ਕੋਰਸਪੋਂਡਿੰਗ ਜਿਹੜਾ ਵੋਲਿਊਮ ਅਬਜ਼ੌਰਬ ਹੋਏਗਾ that will be corresponding that will be dq into dp। ਅਗਰ 3n ਪਾਰਟੀਕਲਸ ਹੈਗੇ ਆ ਉਹਦੇ ਕੋਰਸਪੋਂਡਿੰਗ ਆਪਣੇ ਕੋਲ d raised to power 3n ਆ ਜਾਏਗਾ ਐਂਡ d raised to power 3n of p ਆ ਜਾਏਗਾ। ਅਲਟੀਮੇਟਲੀ ਇਸ ਤਰ੍ਹਾਂ ਦੇ ਕਨਸੈਪਟ ਇਵੋਲਵ ਹੋਣਗੇ। ਸੋ ਗੈਸ ਇਜ਼ ਨਾਨ ਇੰਟਰੈਕਟਿੰਗ ਹੈ, ਇਸ ਕਰਕੇ ਆਪਾਂ ਕੀ ਕਰਾਂਗੇ ਜਿਹੜਾ ਹੈਮਿਲਟੋਨੀਅਨ ਹੋਏਗਾ ਹੈਮਿਲਟੋਨੀਅਨ ਦੇ ਵਿੱਚ ਪੋਟੈਂਸ਼ੀਅਲ એનર્ਜੀ ਨੇ ਆਪਾਂ ਨਹੀਂ ਕੰਸੀਡਰ ਕਰਾਂਗੇ ਐਂਡ ਸਿਰਫ ਕਾਈਨੈਟਿਕ એનર્ਜੀ ਕੰਸੀਡਰ ਕਰ ਰਹੇ ਹਾਂ। ਸੋ ਇਸ ਕਰਕੇ ਆਪਣੇ ਕੋਲ p²/2m ਦੀ ਕੋਰਸਪੋਂਡਿੰਗ ਆਪਣੇ ਕੋਲ ਰਿਜ਼ਲਟ ਆ ਜਾਣਗੇ। ਠੀਕ ਹੈ ਜੀ। ਸੋ ਇਹਦੇ ਕੇਸ ਵਿੱਚ ਆਪਣੇ ਕੋਲ ਜਿਹੜੇ ਰਿਜ਼ਲਟ ਹੈ ਓਮੇਗਾ ਆਪਣਾ ਕੀ ਹੈ ਬੇਟਾ ਸਾਰੇ ਪਾਰਟੀਕਲ ਦੇ ਕੋਰਸਪੋਂਡਿੰਗ वॉल्यूम देता हुआ है। तो d cube q d raised to power 3n q into d raised to power 3n into p ਉਹਦੇ ਕੋਰਸਪੋਂਡਿੰਗ d raised to power 3 into q1 q2 and so on ਆਪਣੇ ਕੋਲ ਰਿਜ਼ਲਟ ਆਉਂਦੇ ਜਾਣਗੇ। ਇਹ ਕੀ ਹੈ ਬੇਟਾ ਫਿਜ਼ੀਕਲ ਸਪੇਸ ਦਾ ਵੋਲਿਊਮ ਹੈ, ਇਹਦੇ ਵਿੱਚ ਵੀ v ਹੋਏਗਾ, ਇਹਦੇ ਵਿੱਚ ਵੀ v ਹੋਏਗਾ। ਅਲਟੀਮੇਟਲੀ ਆਪਣੇ ਕੋਲ v ਇਹਦੇ ਵਿੱਚ ਆ ਜਾਏਗਾ। ਸੋ ਅਲਟੀਮੇਟਲੀ ਐਂਡ ਆਫ ਦੀ ਡੇ ਅਗਰ ਆਪਾਂ d raised to power 3n into q ਕਰਨ ਜਾਈਏ ਤਾਂ ਅਲਟੀਮੇਟਲੀ ਆਪਣੇ ਕੋਲ ਕੀ ਆ ਜਾਏਗਾ ਇਟ ਵਿਲ ਬੀ v raised to power n ਦਾ ਫੈਕਟਰ ਬਣ ਜਾਏਗਾ।
सिमिलरली अपने को की आ जाएगा बेटा मोमेंटम स्पेस का ਜਿਹੜਾ वॉल्यूम हो जाएगा दैट इज d cube d raised to power 3 n into b ultimately d raised to power 3 b1 b2 and so on ਆਂਦਾ ਰਹੇਗਾ। ਆਪਾਂ ਨੂੰ ਹੈਮਿਲਟੋਨੀਅਨ ਦਾ ਪਤਾ ਹੈਗਾ ਬੇਟਾ, ਉਹਦੇ ਕੋਰਸਪੋਂਡਿੰਗ એનર્ਜੀ ਵੈਲਿਊ ਆਪਾਂ ਡਿਸਾਈਡ ਕੀਤੀ ਹੋਈ ਹੈ, ਇਸ ਕਰਕੇ ਆਪਾਂ p ਦੀ ਵੈਲਿਊ ਇੱਥੋਂ ਫਾਈਂਡ ਆਊਟ ਕਰ ਸਕਦੇ ਹਾਂ ਬਿਕਾਜ਼ p²/2m ਹੈ। ਸੋ ਇਸ ਕੇਸ ਦੇ ਵਿੱਚ ਆਪਾਂ ਇਹਦੀ ਵੈਲਿਊ ਵੀ ਡਿਸਾਈਡ ਕੀਤੀ ਜਾ ਸਕਦੀ ਹੈ। ठीक है जी। तो अल्टीमेटली पी स्क्वायर की वैल्यू ਆਪਾਂ डिसाइड कर ली है, ਇਹਦੇ ਵਿੱਚ ਯੂਜ਼ ਕਰਕੇ ਯੂਟਿਲਾਈਜ਼ ਕਰਕੇ ਔਰ ਪੀ ਸਕੁਅਰ ਜਿਹੜਾ ਹੈ ਉਹਦੇ ਵਿੱਚ 2m ਆਫ e ਦੇ ਕੋਰਸਪੋਂਡਿੰਗ ਆਪਾਂ ਇਹਨੂੰ ਯੂਟਿਲਾਈਜ਼ ਕਰ ਸਕਦੇ ਹਾਂ। तो ਹਾਈਪਰਸ਼ੈਲ ਦੀ ਗੱਲ ਕਰਦੇ ਹਾਂ, ਹਾਈਪਰਸਫੀਅਰ ਦੀ ਗੱਲ ਕੀਤੀ ਹੋਈ ਹੈ, ਉਹਦੇ ਕੋਰਸਪੋਂਡਿੰਗ ਆਪਣੇ ਕੋਲ ਰੇਡੀਅਸ ਜਿਹੜਾ ਹੈ ਉਹਦੀ ਕੋਰਸਪੋਂਡਿੰਗ ਆਏਗਾ, ਜਿਹੜਾ ਹਾਈਪਰਸ਼ੈਲ ਦਾ ਰੇਡੀਅਸ ਹੋਏਗਾ 2m e0 + 1/2 ਇਨਟੂ ਡੈਲਟਾ 2m e0 - 1/2 into delta। सो ਉਹਦੇ ਵਿੱਚ ਆਪ ਆਪਣੇ ਕੋਲ ਇੱਕ ਪਲੱਸ ਵਾਲੀ ਰੇਂਜ ਹੋਏਗੀ, ਲੋਅਰ ਵਾਲੀ ਰੇਂਜ ਹੋਏਗੀ। ਸੋ p ਸਕੁਅਰ ਦੀ ਵੈਲਿਊ ਆਪਾਂ ਫਾਈਂਡ ਆਊਟ ਕਰ ਸਕਦੇ ਹਾਂ। ਸੋ ਜਸਟ ਲਾਈਕ p²/2m = e ਦੇ ਕੋਰਸਪੋਂਡਿੰਗ ਆਪਾਂ ਰਿਜ਼ਲਟ ਡਿਨੋਟ ਕੀਤੇ ਹੋਏ ਆ। ਸੋ ਦੂਸਰੀ ਗੱਲ ਆ ਜਾਂਦੀ ਹੈ ਵੋਲਿਊਮ ਆਫ ਦੀ ਇਨ n ਡਾਈਮੈਂਸ਼ਨਲ। ਸੋ n ਡਾਈਮੈਂਸ਼ਨ ਦੇ ਵਿੱਚ ਵੋਲਿਊਮ ਆਫ ਦੀ ਹਾਈਪਰਸਫੀਅਰ ਜਿਹੜਾ ਹੁੰਦਾ ਹੈ ਉਹ ਕਿਸ ਤਰ੍ਹਾਂ ਦਿੱਤਾ ਜਾਂਦਾ ਹੈ। ਸੋ ਇਸ ਚੀਜ਼ ਨੂੰ ਆਪਾਂ ਜਨਰਲ हाँ जी बेटा, आप कंटिन्यू कर रहे ਸੀਗੇ ਕਿ ਆਪਣੇ ਕੋਲ ਜਿਹੜਾ ਵੋਲਿਊਮ ਆਫ ਅ ਹਾਈਪਰਸਫੀਅਰ ਹੈ n ਡਾਈਮੈਂਸ਼ਨਲ ਸਪੇਸ ਦੇ ਵਿੱਚ ਅਗਰ ਆਪਾਂ ਨੂੰ ਲਿਖਣਾ ਚਾਹੀਏ ਜਨਰਲਾਈਜ਼ਡ ਫਾਰਮ ਦੇ ਵਿੱਚ, ਸੋ Vn ਆਫ r ਇਟ ਕੈਨ ਬੀ ਰਿਟਨ ਐਸ πn/n/2 into r raised to power n, ਇੱਥੇ r ਤੁਹਾਡਾ ਰੇਡੀਅਸ ਹੋ ਜਾਏਗਾ ਐਂਡ ਫੈਕਟੋਰੀਅਲ ਆਫ n/2 ਦਾ ਫੈਕਟੋਰੀਅਲ ਹੋ ਜਾਏਗਾ। ਸੋ ਵਿਚ ਇਜ਼ ਟਰੂ ਫॉर 3D ਸਪੇਸ। ਇਲਾਸਟ੍ਰੇਟ ਤੁਸੀਂ ਕਰ ਸਕਦੇ ਹੋ, ਅਗਰ ਤੁਸੀਂ n = 3 ਲੈ ਕੇ ਚੂਜ਼ ਕਰੋ ਤਾਂ ਅਗਰ 3 ਡਾਈਮੈਂਸ਼ਨਲ ਸਪੇਸ ਹੈ ਤਾਂ ਵੋਲਿਊਮ ਕੀ ਹੋ ਜਾਏਗਾ 4/3 πr³ ਫॉर द केस ऑफ ए स्फीयर। तो स्फीयर के केस 4/3 πr³ हो जाएगा। अगर n डायमेंशनल स्पेस है तो ਤੁਹਾਡੇ ਕੋਲ a वाला रिजल्ट एग्जिस्ट करेगा। सो 2 एंड 1 ਦੇ ਵਿੱਚ ਤੁਸੀਂ ਟਰਾਈ ਕਰ ਸਕਦੇ ਹੋ। ਸੋ देयरफॉर ਜਿਹੜਾ d³ 3n into p ਦਾ ਫਾਰਮੂਲਾ ਹੋਏਗਾ ਉਹ ਕੀ ਹੋ ਜਾਏਗਾ ਬੇਟਾ, v of 3n ਆਪਣੇ ਕੋਲ ਦਿੱਤਾ ਹੋਇਆ ਸੀ ਬੇਟਾ, ਮਲਟੀਪਲਾਈਡ ਬਾय ਆਪਣੇ ਕੋਲ ਕੀ ਆ ਜਾਏਗਾ √2m e0 + 1/2 of delta minus v3n ਉਹਦੇ ਕੋਰਸਪੋਂਡਿੰਗ -1/2 of delta ਦੇ ਕੋਰਸਪੋਂਡਿੰਗ ਆਪਣੇ ਕੋਲ ਆ ਜਾਏਗਾ। ਇਹ ਕੀ ਇੰਡੀਕੇਟ ਕਰ ਰਿਹਾ, ਦਿਸ ਇੰਡੀਕੇਟ ਡਾਈਮੈਂਸ਼ਨਲ ਫਾਰਮੂਲਾ। ठीक है, डायमेंशनस ऑफ द वॉल्यूम। सो अल्टीमेटली अपने को ਉਹਦੀ ਕੋਰਸਪੋਂਡਿੰਗ ਰਿਜ਼ਲਟ ਆਏਗਾ, ਇਹਨੂੰ ਆਪਾਂ ਇੰਡੀਕੇਟ ਕਰ ਸਕਦੇ ਹਾਂ। ਇਹਦੇ ਵਿੱਚ ਫਾਰਮੂਲੇ ਦੀ ਵੈਲਿਊ ਵਗੈਰਾ ਭਰ ਕੇ ਦੇਖੋ ਬੇਟਾ, ਇਹ ਆ ਰਿਹਾ ਤੁਹਾਡਾ, ਇਹ ਰੇਡੀਅਸ ਹੋ ਜਾਏਗਾ, ਰੇਡੀਅਸ रेज़ टू 3n/2 ਆ ਜਾਏਗਾ, ਇਹਦੀ ਕੋਰਸਪੋਂਡਿੰਗ ਵਾਲੀ ਵੈਲਿਊ ਆ ਜਾਏਗੀ ਐਂਡ d रेज़ टू 3n of p। ਇਹਨੂੰ ਅਗਰ ਤੁਸੀਂ ਕੈਲਕੂਲੇਟ ਕਰੋਗੇ ਬਾਇਨੋਮੀਅਲ ਐਕਸਪੈਂਸ਼ਨ ਲਗਾਉਣ ਦੀ ਗੱਲ ਕਰੋਗੇ ਤਾਂ ਅਲਟੀਮੇਟਲੀ ਤੁਹਾਡੇ ਕੋਲ ਰਿਜ਼ਲਟ ਸੌਰਟ ਆਊਟ ਹੋ ਕੇ ਆਣ ਲੱਗ ਜਾਏਗਾ। ਬਾਕੀ ਸਾਰੇ ਪੈਰਾਮੀਟਰ ਆਟੋਮੈਟਿਕਲੀ ਬਾਹਰ ਆ ਜਾਣਗੇ ਫॉर ਦੀ। ਅਗਰ ਬਿਕॉज ਹੁਣ ਤੁਹਾਡੇ ਕੋਲ ਜਿਹੜਾ ਹਾਈਪਰਸ਼ੈਲ ਹੈ, ਹਾਈਪਰਸ਼ੈਲ ਦੀ ਜਿਹੜੀ ਵਿਡਥ ਹੈ ਬਹੁਤ ਥੋੜੀ ਹੋਏਗੀ ਐਸ ਕੰਪੇਅਰ ਟੂ એનર્ਜੀ, ਬਿਕॉज ਇੰਨੀ ਵੀ ਜ਼ਿਆਦਾ એનર્ਜੀ ਸ਼ੇਅਰ ਨਹੀਂ ਹੁੰਦੀ ਜਦੋਂ ਆਪਾਂ ਕਿਸੇ ਵੀ ਚੀਜ਼ એનર્ਜੀ ਨੂੰ ਮੇਜਰ ਕਰਨ ਦੀ ਗੱਲ ਕਰਦੇ ਹਾਂ। ਤਾਂ ਅਲਟੀਮੇਟਲੀ d रेज़ टू 3n of p ਆਪਣੇ ਕੋਲ ਜਿਹੜਾ ਰਿਜ਼ਲਟ ਆਏਗਾ ਉਹਦੀ ਕੋਰਸਪੋਂਡਿੰਗ 3n delta divided by 2 epsilon naught ਦੀ ਕੋਰਸਪੋਂਡਿੰਗ ਬਚੇਗਾ ਜਦੋਂ ਆਪਾਂ ਬਾਇਨੋਮੀਅਲ ਐਕਸਪੈਂਸ਼ਨ ਲਗਾ ਦਾਂਗੇ। ਸੋ ਡੈਲਟਾ ਬਾਈ E0 ਦੀ ਕੋਰਸਪੋਂਡਿੰਗ ਡੈਲਟਾ ਬਾਈ E0 ਦੇ ਵਿੱਚ ਬਾਹਰ ਕੱਢ ਲਓ, ਬਾਕੀ ਸਾਰੇ ਪੈਰਾਮੀਟਰ ਸੈਪਰੇਟ ਆਊਟ ਕਰ ਲਓ। ਸੋ ਇਹਦੇ ਵਿੱਚ ਕੋਰਸਪੋਂਡਿੰਗ ਆਪਣੇ ਕੋਲ ਜਿਹੜਾ ਵੋਲਿਊਮ ਹੋ ਗਿਆ ਆਫ ਦੀ ਜਿਹੜਾ ਐਗਜ਼ਾਮਪਲ ਆ ਉਹਦੀ ਕੋਰਸਪੋਂਡਿੰਗ ਆਪਾਂ ਟੋਟਲ ਵੋਲਿਊਮ ਦੀ ਗੱਲ ਕਰੀਏ ਤਾਂ ਉਹਦੀ ਕੋਰਸਪੋਂਡਿੰਗ ਆਪਣੇ ਕੋਲ v raised to power n ਪਹਿਲਾਂ ਹੀ ਸੀਗਾ, ਜਦ ਦੈਟ ਵਾਸ ਅ ਕੋਆਰਡੀਨੇਟ ਸਿਸਟਮ, ਕੋਆਰਡੀਨੇਟਸ ਕਰਕੇ ਆਏਗਾ। ਉਸ ਤੋਂ ਬਾਅਦ ਮੋਮੈਂਟਮ ਸਪੇਸ ਕਰਕੇ ਜਿਹੜਾ ਰਿਜ਼ਲਟ ਆਏਗਾ ਉਹ ਇਸ ਤਰ੍ਹਾਂ ਦਾ ਆਏਗਾ। ਸੋ ਉਹਨਾਂ ਦੋਨੋਂ ਨੂੰ ਕੰਬਾਈਨ ਕਰਨ ਤੋਂ ਬਾਅਦ ਆਪਾਂ ਫਾਈਨਲ ਰਿਜ਼ਲਟ ਵੱਲ ਚੱਲ ਸਕਦੇ ਹਾਂ। ਹੁਣ ਆਪਣੇ ਕੋਲ ਓਮੇਗਾ ਪਤਾ ਲੱਗ ਗਿਆ ਬੇਟਾ, ਆਪਣੇ ਕੋਲ ਕੀ ਹੈ n ਫੈਕਟੋਰੀਅਲ ਆਲਰੇਡੀ ਪਤਾ ਹੈ, h raised to power 3n ਆਪਣੇ ਕੋਲ ਇੱਕ ਵੈਲਿਊ ਹੋਏਗੀ, ਸਿੰਪਲ ਇੱਕ ਨੰਬਰ ਹੋਏਗਾ। ਸੋ ਨੰਬਰ ਆਫ ਮਾਈਕਰੋਸੀਡਸ ਆਪਾਂ ਇੱਥੇ ਫਾਈਂਡ ਆਊਟ ਕਰ ਸਕਦੇ ਹਾਂ ਬਾਈ ਯੂਜ਼ਿੰਗ ਓਮੇਗਾ ਐਕਸਪ੍ਰੈਸ਼ਨ ਜਿਹੜਾ ਕਿ ਆਪਾਂ ਹੁਣੇ ਡਰਾਈਵ ਕਰਕੇ ਰਹੇ। तो नंबर टोटल वॉल्यूम फॉर दी ensemble ਜਿਹੜਾ ਹੋ ਜਾਏਗਾ ਉਹਦੀ ਸੌਰੀ ਨੰਬਰ ਆਫ ਮਾਈਕਰੋਸੀਡਸ ਇਨ ਦੀ ensemble will be given by this expression। So ਇਹਦੇ ਵਿੱਚ ਕੀ ਹੋ ਜਾਏਗਾ, ਲੈਮਡਾ ਜਿਹੜਾ ਹੈ it will be a large quantity and we are interested in the thermodynamics of the gas, so we consider log of lambda। so ਆਪਾਂ ਆਪਣੇ ਕਿਉਂਕਿ thermodynamics ਹੀ ਡਿਸਕਸ ਕਰਨੀ ਹੈ ਬਿਕॉज ਆਪਾਂ statistical physics ਕੰਸੀਡਰ ਕਰ ਰਹੇ ਹਾਂ, ਇਸ ਕਰਕੇ ਤਾਂ ਆਪਾਂ ਹਮੇਸ਼ਾ ਹੀ log ਲੈ ਕੇ ਚੱਲਾਂਗੇ। v of p divided by h³ ਜਿਹੜੇ n ਵਾਲੇ ਫੈਕਟਰ ਵੱਖਰੇ ਕਰ ਲਓ, ਬਾਕੀ ਸਾਰੇ ਫੈਕਟਰ ਵੱਖਰੇ ਕਰ ਲਓ, ਉਹਦੀ ਕੋਰਸਪੋਂਡਿੰਗ ਫੈਕਟੋਰੀਅਲ ਵੱਖਰਾ ਕਰ ਲਓ। ਫੈਕਟੋਰੀਅਲ ਦੇ ਕੋਰਸਪੋਂਡਿੰਗ n ਲਾਰਜ ਹੋ ਗਿਆ ਤਾਂ ਸਟਰਲਿੰਗ ਫਾਰਮੂਲਾ ਹਮੇਸ਼ਾ ਹੀ ਲੱਗੇਗਾ ਜੀ ਲੱਗੇਗਾ। तो स्टर्लिंग फार्मूला जो आप लगाने की गल करांगे अल्टीमेटली अपने को log of lambda ਨੂੰ ਸੋਲਵ ਕਰੋਗੇ ਤਾਂ ਤੁਹਾਡੇ ਕੋਲ ਇਸ ਤਰ੍ਹਾਂ ਦਾ ਐਕਸਪ੍ਰੈਸ਼ਨ ਆ ਜਾਏਗਾ। ਸੋ ਇਹਦੇ ਵਿੱਚ ਤੁਸੀਂ ਕੀ ਐਂਟਰੋਪੀ ਡਿਸਾਈਡ ਕਰ ਸਕਦੇ ਹੋ, ਐਂਟਰੋਪੀ ਵਿਲ ਬੀ ਗਿਵਨ ਬਾਈ k log of lambda। ਇੱਕ log of lambda ਤੁਸੀਂ ਆਲਰੇਡੀ ਡਰਾਈਵ ਕਰ ਚੁੱਕੇ ਹੋ ਐਂਡ ਇਹਨੂੰ k ਦੇ ਨਾਲ ਮਲਟੀਪਲਾਈ ਕਰਕੇ ਅਲਟੀਮੇਟਲੀ ਤੁਹਾਡੇ ਕੋਲ ਇੱਕ ਰਿਜ਼ਲਟ ਆ ਜਾਏਗਾ ਜਿਹੜਾ ਕਿ ਤੁਸੀਂ ਇਹਨੂੰ ਆਪਾਂ ਕਹਿੰਦੇ ਆ ਸਿੰਪਲੀ ਸ਼ੈਕਵਾ ਟੈਟਰੋਡ ਇਕੁਏਸ਼ਨ ਫॉर
Entropy of a monatomic non-continuously classical ideal gas with E naught in place of E, hence all the results of for thermodynamics of the gas will be the same as found in chapter number 1। ਸੋ ਜਿਹੜਾ ਐਕਸਪ੍ਰੈਸ਼ਨ ਹੈ ਜਿਹੜਾ ਕਿ ਆਪਾਂ ਰੈਕਟੀਫਾਈ ਕਰਕੇ ਪਹਿਲਾਂ ਵੀ ਲਿਖਿਆ ਸੀ, ਪਹਿਲਾਂ 3/2 ਆਉਂਦਾ ਸੀ, ਉਹਨੂੰ ਰੈਕਟੀਫਾਈ ਕਰਕੇ ਪੈਰਾਡਾਕਸ ਸੋਲਵ ਕਰਨ ਤੋਂ ਬਾਅਦ ਆਪਣੇ ਕੋਲ 5/2 ਦਾ ਐਕਸਪ੍ਰੈਸ਼ਨ ਹੈ। ਸੋ ਸੇਮ ਐਕਸਪ੍ਰੈਸ਼ਨ ਇੱਥੇ ਵੀ ਡਰਾਈਵ ਹੋਏਗਾ, ਬਿਕੋਜ਼ ਆਪਣੇ ਕੋਲ ਜਿਹੜਾ ਮਾਈਕਰੋ ਕੈਨੋਨਿਕਲ ਐਨਸੈਂਬਲ ਹੈ ਉਹ ਆਈਡੀਅਲ ਐਨਸੈਂਬਲ ਹੋ ਜਾਂਦਾ ਹੈ, ਜਿਹਦੇ ਵਿੱਚ ਕੁਝ ਵੀ ਸ਼ੇਅਰ ਕਰਨਾ ਪੋਸੀਬਲ ਨਹੀਂ। ਦਸ ਲਾਈਕ ਡੈਂਸਿਟੀ ਤੁਹਾਡੀ ਕਾਂਸਟੈਂਟ ਹੈ ਇਸ ਕੇਸ ਵਿੱਚ, ਇਸ ਕਰਕੇ ਇਸ ਤਰ੍ਹਾਂ ਦਾ ਰਿਜ਼ਲਟ ਤੁਹਾਨੂੰ ਦੇਖਣ ਨੂੰ ਮਿਲੇਗਾ ਜਿਹੜਾ ਕਿ ਆਈਡੀਅਲ ਬਿਹੇਵੀਅਰ ਕੰਡਕਟ ਕਰਵਾਏਗਾ। ਸੋ ਅੱਜ ਦੇ ਲੈਕਚਰ ਦੇ ਵਿੱਚ ਬੇਟਾ ਇੰਨਾ ਹੀ ਬਹੁਤ ਹੈ। ਸੋ ਬਿਕੋਜ਼ ਇਸ ਤੋਂ ਬਾਅਦ ਆਪਾਂ ਨਵੀਂ ਚੀਜ਼ ਸ਼ੁਰੂ ਕਰਾਂਗੇ। ਸੋ ਅਗਰ ਕੋਈ ਡਾਊਟਸ ਵਗੈਰਾ ਹੈਗੇ ਆ, ਡਾਊਟਸ ਹੈਗੇ ਜਾਂ ਕੁਐਸਚਨ ਹੈਗੇ ਆ ਤਾਂ ਮੈਨੂੰ ਹੁਣੇ ਦੱਸ ਦਿਓ।